ਸੋ ਪੰਜਾਬ ਪੋਲਿਟਿਕਸ ਉੱਪਰ ਰਿਲੇਟਡ ਗੱਲ ਕਰ ਰਹੇ ਸੀਗੇ। ਸੋ ਆਪਾਂ ਸਿੱਧੂ ਬਾਰੇ ਗੱਲ ਕਰ ਰਹੇ ਹੈਗਾ ਕਿ ਦੇਖੋ ਸਿੱਧੂ ਕਿਹੜੇ ਬਿਆਨ ਦਿੰਦਾ ਹੈ, ਉਹਦੇ ਬਾਅਦ ਕਿੱਦਾਂ ਉਹ ਮੁੱਕਰ ਜਾਂਦਾ ਹੈ ਤੇ ਕਿੱਦਾਂ ਦੂਜਿਆਂ ਤੇ ਬਲੇਮ ਕਰਦਾ ਹੈਗਾ ਤੇ ਉਹਨੂੰ ਦੇਖਦੇ ਹੋਏ ਐਕਚੁਅਲੀ ਮੈਂ ਇਹ ਵੀਡੀਓ ਬਣਾਈ ਹੈ ਕਿਉਂਕਿ ਹੀ ਥਿੰਕਸ ਕਿ ਵੀ ਜਿਵੇਂ ਪੰਜਾਬ ਦੇ ਜਿਹੜੇ ਸਾਰੇ ਲੋਕ ਨੇ ਉਹ ਕਾਫੀ ਬੇਵਕੂਫ ਨੇ, ਉਹਨਾਂ ਨੂੰ ਅਕਲ ਨਹੀਂ ਹੈਗੀ, ਉਹ ਜ਼ਿਆਦਾ ਸਮਾਰਟ ਹੈ। ਚਲੋ ਉਹਦੇ ਵੀ ਕੁਝ ਪੁਆਇੰਟਸ ਲਿਖੇ ਜਿਹਦੇ ਆਪਾਂ ਰਿਲੇਟਡ ਮੈਂ ਉਸ ਚੀਜ਼ ਦਾ ਜਵਾਬ ਦਿੰਦੀ ਜਾਊਂਗੀ। ਪਹਿਲੀ ਗੱਲ ਤਾਂ ਇਹ ਹੈਗਾ ਕਿ ਜਿਹੜਾ ਸਿੱਧੂ ਹੈਗਾ ਉਹ ਜਿਹੜੀ ਪਾਰਟੀ 'ਚ ਵੀ ਜਾਂਦਾ ਹੈ he just want power before like joining the Congress party ਜਿਵੇਂ ਬੀਜੇਪੀ 'ਚ ਵੀ ਸੀਗਾ, ਉਹਦੇ ਬਾਵਜੂਦ ਉਹਨਾਂ ਦੇ ਅਗੇਂਸਟ ਬੋਲਣਾ ਤੇ ਕਹਿਣਾ ਕਿ ਉਹ ਗਲਤ ਕੰਮ ਕਰਦੇ ਸੀ, ਇਸ ਕਰਕੇ ਮੈਂ ਉਹ ਪਾਰਟੀ ਛੱਡਤੀ। ਠੀਕ ਹੈ, ਹੀ ਬਲੇਮ ਆਲਵੇਜ਼ ਅਦਰ, ਦੂਜਿਆਂ ਨੂੰ ਬਲੇਮ ਕਰਦਾ ਹੈ। ਇਹ ਨਹੀਂ ਪਤਾ ਕਿ ਉਹ ਕਿਸ ਵਜ੍ਹਾ ਨਾਲ ਉਹਨੇ ਚੇਂਜ ਕੀਤੀ, ਉਹਨੇ ਲਾਲਚ ਚੇਂਜ ਕੀਤੀ ਜਾਂ ਕੋਈ ਹੋਰ ਕਾਰਨ ਰਿਹਾ ਜਿਹਦੀ ਵਜ੍ਹਾ ਨਾਲ ਉਹ ਚੇਂਜ ਕੀਤੀ। ਮੈਜੋਰਿਟੀ ਆਫ ਦਾ ਟਾਈਮ ਉਹਨੇ ਲਾਲਚ ਹੀ ਕੀਤਾ, ਇਹਦੇ ਇਲਾਵਾ ਕੋਈ ਹੋਰ ਕਾਰਨ ਨਹੀਂ ਹੈ। ਹੀ ਜਸਟ ਵਾਂਟ ਪਾਵਰ, ਪੈਸੇ ਦੀ ਉਹਨੂੰ ਕੋਈ ਲਾਲਚ ਨਹੀਂ ਹੈ ਕਿ ਉਹਨੂੰ ਪੈਸਾ ਦਾ ਹੈਗਾ, ਪੈਸਾ ਉਹਨੇ ਬਹੁਤ ਜ਼ਿਆਦਾ ਬਣਾਇਆ ਹੋਇਆ। ਆਫ ਕੋਰਸ ਕ੍ਰਿਕਟਰ ਵੀ ਰਿਹਾ, ਕਮੈਂਟੇਟਰ ਵੀ ਰਿਹਾ, ਕਮੇਡੀਅਨ ਸ਼ੋਅ ਦੇ ਉੱਤੇ ਵੀ ਰਿਹਾ। ਹੋ ਸਕਦਾ ਹੈ ਹੀ ਪਾਵਰ ਆਉਣ ਦੇ ਬਾਅਦ ਜਿਸ ਹਿਸਾਬ ਨਾਲ ਇਹ ਜਿੰਨੇ ਮਾਫੀਆ ਲੋਕ ਹੈਗੇ ਇਹ ਤਾਂ ਬਹੁਤ ਜ਼ਿਆਦਾ ਪੈਸਾ ਬਣਾਉਂਦੇ, ਹੋ ਸਕਦਾ ਹੀ ਕੈਨ ਮੇਕ ਦੈਟ ਮਚ ਆਫ ਮਨੀ ਟੂ ਐਜ਼ ਵੈਲ, ਹੋ ਸਕਦਾ ਉਹਦੇ ਦਿਮਾਗ 'ਚ ਹੋਏ। ਬਟ ਮੈਂ ਹਾਲਾਂਕਿ ਉਹ ਨਹੀਂ ਸੋਚਦੀ, ਹੋ ਸਕਦਾ ਨਾ ਹੋਏ ਉਹਦੇ ਦਿਮਾਗ 'ਚ, ਬਟ ਉਹਨੂੰ ਇੱਕ ਭੁੱਖ ਹੈਗੀ ਹੈ ਕੁਰਸੀ ਦੀ, ਚੀਫ ਮਿਨਿਸਟਰਸ਼ਿਪ ਬਣਨ ਦੀ। ਉਹਲੀ ਕਾਰਨ ਇਹ ਹੈ ਉਹਨੂੰ ਸ਼ਾਇਦ ਕਿ ਵੀ ਮੈਂ ਆਪਦਾ ਦਬਦਬਾ ਦਿਖਾ ਚੁੱਕਾ, ਜਿਹੜਾ ਮੇਰਾ ਦਿਲ ਕਰਦਾ ਮੈਂ ਉਹ ਕਰ ਸਕਾਂ, ਮੈਂ ਜਿਹਨੂੰ ਟ੍ਰਾਂਸਫਰ ਕਰਨਾ ਚਾਹਾਂ ਉਹਨੂੰ ਟ੍ਰਾਂਸਫਰ ਕਰਦਾ। ਮਤਲਬ ਲੋਕ ਉਹ ਤੋਂ ਡਰਨ, ਇਨ ਅਦਰ ਵਰਡਸ ਦੇ ਜਸਟ ਵਾਂਟ ਦੈਟ। ਦੂਸਰੀ ਚੀਜ਼ ਹੈਗੀ ਹੈ ਕਿ ਜਿਹੜੀ ਪਾਰਟੀ 'ਚ ਰਹਿੰਦਾ ਹੈ ਉਸ ਪਾਰਟੀ ਨੂੰ ਉਹ ਬਦਨਾਮ ਕਰਦਾ। ਹੁਣ ਦੇਖੋ ਕਾਂਗਰਸ 'ਚ ਵੀ ਰਹਿੰਦੇ ਹੋਏ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਬਦਨਾਮ ਕੀਤਾ, ਮਤਲਬ ਥੱਕ ਹਾਰ ਕੇ ਉਹਨਾਂ ਨੇ ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਰਿਜ਼ਾਈਨ ਕਰਨਾ ਪਿਆ, ਉਹ ਚਲਾ ਗਿਆ। ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਕਈ ਕੰਮ ਨਾ ਕਰਦਾ ਹੋ, ਵੀ ਡੋਂਟ ਨੋ, ਪਰ ਇਹ ਹੈ ਕਿ 4.5 ਸਾਲ ਬਾਅਦ ਉਹਨੂੰ ਕੱਢਿਆ ਐਂਡ ਹੀ ਵਾਂਟਡ ਟੂ, ਮਤਲਬ ਉਹ ਚੀਜ਼ ਨੂੰ ਯੂਟੀਲਾਈਜ਼ ਕਰਨਾ ਚਾਹੁੰਦਾ ਸੀਗਾ ਐਂਡ ਉਹਨੂੰ ਇਹ ਲੱਗਾ ਕਿ ਸ਼ਾਇਦ ਹੁਣ ਮੈਂ ਚੀਫ ਮਿਨਿਸਟਰ ਬਣ ਜਾਊਗਾ, ਤਾਂ ਨਹੀਂ ਬਣ ਪਾਇਆ, ਉਹ ਸਿਚੁਏਸ਼ਨ ਉਹਦੇ ਹੱਥ 'ਚੋਂ ਨਿਕਲ ਗਈ। ਪਰ ਹੁਣ ਅਗਰ ਦੇਖਿਆ ਜਾਏ ਇਸ ਇਲੈਕਸ਼ਨ 'ਚ ਉਹ ਜਿੰਨੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਰੂਲ ਕੀਤਾ ਹੈਗਾ, ਉਹ ਤਾਂ ਕਹਿ ਦਿੰਦਾ ਹੈ ਕਿ ਇਸ ਦਾ ਕਾਂਗਰਸ ਨੇ ਕੀਤਾ ਨਹੀਂ, ਡਜ਼ਨਟ ਇਵਨ ਟਾਕ ਅਬਾਊਟ ਕਾਂਗਰਸ, ਤਾਂ ਕਹਿੰਦਾ ਕਿਸੇ ਹੋਰ ਨੇ ਰੂਲ ਕੀਤਾ ਸੀ, ਸਾਨੂੰ ਹੁਣ ਤੁਸੀਂ ਪਾਵਰ ਦਿਓ ਤੇ ਅਸੀਂ ਤੁਹਾਨੂੰ ਦੱਸਾਂਗੇ, ਅਸੀਂ ਲੋਕਾਂ ਦੇ ਭਲਾਈ ਦੇ ਵਾਸਤੇ ਕੰਮ ਕਰਾਂਗੇ, ਇਹ ਉਹ ਜੋ ਵੀ ਉਹਦੇ ਮਾਡਲ ਹੈਗੇ ਨੇ। ਪਰ ਦੇਖਿਆ ਜਾਏ ਤਾਂ ਕਾਂਗਰਸ ਹੀ ਰਿਸਪੌਂਸਿਬਲ ਹੈ ਐਟ ਦੀ ਐਂਡ ਆਫ ਦਾ ਡੇ, ਚਾਹੇ ਉਹਨਾਂ ਨੇ ਇੱਕ ਦਿਨ ਕੰਮ ਕੀਤਾ, ਚਾਹੇ 4.5 ਸਾਲ ਕੰਮ ਕੀਤਾ। ਹੁਣ ਉਹ ਬਾਕੀ ਦੇ ਜਿਹੜੇ ਮਹੀਨੇ ਉਹਨਾਂ ਨੂੰ ਯੂਟੀਲਾਈਜ਼ ਕਰ ਰਹੇ ਸੀਗੇ ਵੋਟਾਂ ਦੇਣ ਪਿੱਛੇ, ਤੇ ਜਿਹੜੇ ਉਹਨਾਂ ਨੇ 4.5 ਸਾਲ ਕੀਤੇ ਉਹ ਕਿਸੇ ਹੋਰ ਦੇ ਸਿਰ ਤੇ ਉਹਨਾਂ ਨੇ ਮੱਢ ਤਾ ਕਿ ਵੀ ਉਹ ਰਿਸਪੌਂਸਿਬਲ ਹੈ। ਹੁਣ ਮੈਂ ਤੇ ਇੰਨਾ ਜ਼ਰੂਰ ਕਹੂੰਗੀ ਕਿ ਅਗਰ ਸਿੱਧੂ ਜੀ ਨੂੰ ਇਹ ਲੱਗਦਾ ਸੀਗਾ ਕਿ ਵੀ ਜਿਹੜੀ ਉਹਨਾਂ ਦੀ ਕਾਂਗਰਸ ਪਾਰਟੀ ਹੈਗੀ ਹੈ ਉਹਦੇ ਅੰਦਰ ਕੋਈ ਵੀ ਸਾਫ ਸੁਥਰਾ ਨਹੀਂ ਸੀਗਾ ਤੇ ਸਾਰੇ ਹੀ ਮਾਫੀਆ 'ਚ ਇਨਵੋਲਵ ਸੀ, ਕੈਪਟਨ ਅਮਰਿੰਦਰ ਸਿੰਘ ਵੀ ਇਨਵੋਲਵ ਸੀਗਾ, ਬਾਕੀ ਸਾਰੇ ਵੀ ਇਨਵੋਲਵ ਸੀਗੇ ਜਿੱਦਾਂ ਉਹ ਕਹਿੰਦਾ ਹੈ, ਤੇ ਫਿਰ ਉਹਨੇ ਪਾਰਟੀ ਛੱਡ ਕੇ ਆਪਦੀ ਨਵੀਂ ਪਾਰਟੀ ਕਿਉਂ ਨਹੀਂ ਬਣਾ ਲਈ, ਜਿਹੜੀ ਇਮਾਨਦਾਰ ਪਾਰਟੀ ਹੁੰਦੀ, ਠੀਕ ਹੈ ਨਾ, ਉਹਦੇ ਹਿਸਾਬ ਨਾਲ ਹੁੰਦੀ। ਕਿਉਂ ਉਸੇ ਪਾਰਟੀ 'ਚ ਰਹਿ ਰਿਹਾ ਹੈ ਤੇ ਕਿਉਂ ਬੇਈਮਾਨਾਂ ਨਾਲ ਕੰਮ ਕਰ ਰਿਹਾ? ਇਹਦਾ ਮਤਲਬ ਇਹ ਹੈ ਕਿ ਇਹ ਪਾਰਟੀ ਇਸ ਕਰਕੇ ਨਹੀਂ ਛੱਡ ਰਿਹਾ ਕਿਉਂਕਿ ਇੱਕ ਤਾਂ ਪਾਰਟੀ ਬਹੁਤ ਵੱਡੀ ਹੈ, ਕਾਫੀ ਫੈਲੀ ਹੋਈ ਹੈ। ਦੂਸਰੀ ਚੀਜ਼ ਹੈਗੀ ਹੈ ਕਿ ਉਹ ਦੂਸਰੇ ਲੋਕਾਂ ਨੂੰ ਬਦਨਾਮ ਕਰਕੇ ਕੱਢਣਾ ਚਾਹੁੰਦਾ ਹੈ, ਨਾ ਕਿ ਆਪਦੀ ਓਨ ਪਾਰਟੀ ਬਣਾ ਕੇ ਤੇ ਮਿਹਨਤ ਕਰੇ। ਹੁਣ ਕੇਜਰੀਵਾਲ ਜਿਹੜਾ ਹੈਗਾ, ਚਾਹੇ ਉਹ ਖਰਾਬ ਹੈ, ਚੰਗਾ ਹੈ, ਮਾੜਾ, ਆਈ ਡੋਂਟ ਨੋ, ਪਰ ਕਹਿਣ ਦਾ ਮਤਲਬ ਸਿਰਫ ਇਹੀ ਹੈ ਕਿ ਜਦ ਉਹ ਉੱਭਰ ਕੇ ਐਜ਼ ਅ ਨੇਤਾ ਆਇਆ ਸੀਗਾ, ਹੋ ਸਕਦਾ ਉਹ ਵੀ ਕੋਈ ਪਾਰਟੀ ਜੁਆਇਨ ਕਰ ਲੈਂਦਾ, ਹੋ ਸਕਦਾ ਉਹ ਬੀਜੇਪੀ ਜੁਆਇਨ ਕਰ ਲੈਂਦਾ, ਕਾਂਗਰਸ, ਪਰ ਉਹਨੇ ਨਹੀਂ ਕੀਤਾ ਬਿਕੋਜ਼ ਇੱਕ ਬਿਊਰੋਕਰੇਟ ਹੋਣ ਦੇ ਬਾਵਜੂਦ ਹੀ ਕੇਮ ਫਰੋਮ ਦੇਅਰ, ਹੈ ਨਾ, ਇਜ਼ ਇਨਕਮ ਟੈਕਸ ਕਮਿਸ਼ਨਰ ਤੋਂ ਉਹਨੇ ਆਪਦਾ ਰੈਜ਼ੀਗਨੇਸ਼ਨ ਦਿੱਤਾ ਇੰਨੀ ਵੱਡੀ ਪੋਸਟ ਤੋਂ, ਕਿਉਂਕਿ ਉਹ ਥੱਕ ਚੁੱਕੇ ਸੀਗੇ ਬਿਊਰੋਕਰੇਟ ਜਿਹੜੀ ਉਹਨਾਂ ਦੀ ਚੱਲਦੀ ਹੁੰਦੀ ਐਂਡ ਦੇ ਵਾਂਟਡ ਅ ਚੇਂਜ, ਇੱਕ ਵੱਖਰਾ ਜਿਹਾ ਉਹ ਚੀਜ਼ ਚਾਹੁੰਦੇ ਸੀ, ਤੇ ਨਵੀਂ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਹਾਲਾਂਕਿ ਉਹਦੇ 'ਚ ਬਹੁਤ ਉਹਨਾਂ ਨੂੰ ਹਾਰਡਸ਼ਿਪ ਕਰਨੀ ਪਈ ਹੈ, ਬਹੁਤ ਹਾਰਡਸ਼ਿਪ ਆਈ ਉਹਨਾਂ ਨੂੰ ਕਾਫੀ ਉਹਦੇ 'ਤੇ ਕੰਮ ਕਰਨਾ ਪੈ ਰਿਹਾ, ਹਲੇ ਵੀ ਵਰਕਆਊਟ ਵਿਚਾਰੇ ਕਰ ਰਹੇ ਨੇ। ਪਰ ਕਹਿਣ ਦਾ ਮਤਲਬ ਹੈ, ਦੇਖੋ ਹੁਣ ਪੰਜਾਬ 'ਚ ਉਸ ਪਾਰਟੀ ਨੂੰ ਟਿਕਣ ਨਹੀਂ ਦੇ ਰਹੇ, ਇਹ ਕਹਿ ਦਿੰਦੇ ਦਿੱਲੀ ਦੀ ਪਾਰਟੀ ਹੈ, ਬਹੁਤ ਕੁਝ ਕਹਿੰਦੇ ਨੇ। ਸੋ ਮੈਂ ਸਿਰਫ ਸਿੱਧੂ ਦੇ ਉੱਤੇ ਰਹੂੰਗੀ ਕਿ ਸਿੱਧੂ ਨੇ ਫਿਰ ਆਪਦੀ ਨਵੀਂ ਪਾਰਟੀ ਕਿਉਂ ਨਹੀਂ ਬਣਾ ਲਈ, ਇਮਾਨਦਾਰ ਪਾਰਟੀ, ਤੇ ਉਸਦੇ ਬੇਸਿਸ ਤੋਂ ਲੜਦਾ ਤੇ ਪੰਜਾਬ ਦੇ ਲੋਕਾਂ ਵਾਸਤੇ ਲੜਦਾ। ਤੀਸਰਾ ਉਹਨੇ ਇਹ ਗੱਲ ਕਹੀ ਕਿ ਉਹਨੇ ਸਾਰੀ ਰਾਜ ਸਭਾ ਦੀ ਜਿਹੜੀ ਸੀਟ ਹੈ ਉਹ ਸਾਰਾ ਕੁਝ ਛੱਡਤਾ, ਪੰਜਾਬ ਦੇ ਖਾਤਰ ਉਹਨੇ ਛੱਡਤਾ, ਤੇ ਉਹ ਪੰਜਾਬ ਦਾ ਪੁੱਤਰ ਹੈ ਤੇ ਪੰਜਾਬ ਚ ਆ ਕੇ ਬਸ ਗਿਆ। ਅਗਰ ਉਹ ਪੰਜਾਬ ਦਾ ਪੁੱਤਰ ਇੰਨਾ ਹੀ ਸੀ ਤਾਂ ਉਹ ਬੰਬੇ ਬੈਠਾ ਕੀ ਕਰਦਾ ਸੀਗਾ ਤਦ ਕਮੇਡੀ ਸ਼ੋਅ ਦੇ ਉੱਤੇ, ਜਿਹੜੀ ਉਹਦੀ ਕਪਿਲ ਸ਼ਰਮਾ ਸ਼ੋਅ ਤੇ, ਕਿਉਂ ਉੱਥੇ ਬੈਠਾ ਰਹਿੰਦਾ ਸੀ? ਫਿਰ ਉਸ ਟਾਈਮ ਤੋਂ ਉਹਨੇ ਕੋਈ ਕੰਮ ਕਿਉਂ ਨਹੀਂ ਕੀਤਾ ਹੈਗਾ ਇੱਥੇ ਆ ਕੇ ਪੰਜਾਬ 'ਚ? ਹੁਣੇ ਜਦੋਂ ਪੋਲੀਟਿਕਸ 'ਚ
ਬਾਲਾ ਗਰਮੋ ਗਰਮੀ ਹੋਈ ਹੈ ਜਦੋਂ ਉਹਨੂੰ ਕਾਂਗਰਸ ਲੈ ਕੇ ਆਈ ਹੈ, ਉਹਦੇ ਬਾਅਦ ਹੀ ਕਿਉਂ ਇੰਨਾ ਪੋਲੀਟਿਕਸ ਇੰਨਾ ਇਨਵੋਲਵ ਹੋ ਗਿਆ ਤੇ ਬਾਅਦ 'ਚ ਉਹਨੂੰ ਕਿਉਂ ਸਾਰਾ ਪੰਜਾਬ ਨਜ਼ਰ ਆਉਣ ਲੱਗ ਗਿਆ, ਪਹਿਲਾਂ ਕਿਉਂ ਨਹੀਂ ਨਜ਼ਰ ਆਇਆ, ਪਹਿਲਾਂ ਕਿਉਂ ਉਹ ਸਾਰਾ ਟਾਈਮ ਬੰਬੇ ਰਹਿੰਦਾ ਸੀ ਤੇ ਇੱਥੇ ਨਹੀਂ ਰਹਿੰਦਾ ਸੀਗਾ। ਇਹ ਸਿਰਫ ਇਹੀ ਹੈ ਕਿ ਲੋਕਾਂ ਨੂੰ ਉੱਲੂ ਬਣਾਉਣਾ ਕਿ ਮੈਂ ਤੁਹਾਡੇ ਵਾਸਤੇ ਬਹੁਤ ਕੰਮ ਕਰਨਾ ਤੇ ਇਸ ਕਰਕੇ ਤੁਸੀਂ ਮੈਨੂੰ ਚੀਫ ਮਿਨਿਸਟਰ ਬਣਾਓ। ਹੁਣ ਉਹਦੀ ਚੀਫ ਮਿਨਿਸਟਰਸ਼ਿਪ ਦੀ ਜਿਹੜੀ ਚਾਹ ਹੈ ਉਹ ਨਿਕਲ ਕੇ ਡੁੱਲ ਕੇ ਪੈਂਦੀ ਹੈ ਕਿ ਹੀ ਜਸਟ ਵਾਂਟ ਟੂ ਬੀ ਅ ਚੀਫ ਮਿਨਿਸਟਰ, ਨਥਿੰਗ ਐਲਸ। ਅੱਛਾ ਚਲੋ, ਦੂਸਰੀ ਗੱਲ ਹੈ ਕਿ ਉਹ ਕੇਜਰੀਵਾਲ ਨੂੰ ਜਿਹੜਾ ਆਮ ਆਦਮੀ ਪਾਰਟੀ ਦਾ ਸੁਪਰੀਮ ਹੈ ਉਹਨੂੰ ਉਹ ਕਹਿੰਦਾ ਹੈ ਕਿ ਇਹ ਕੋੜ ਕਿੱਲਾ ਹੈ। ਠੀਕ ਹੈ, ਪਹਿਲੀ ਗੱਲ ਕੋੜ ਕਿੱਲਾ ਦਾ ਮਤਲਬ ਹੁੰਦਾ ਹੈ ਜਿਹੜਾ ਉਹ ਕਲਰ ਰੱਬ ਦੇ ਰੰਗ ਬਦਲਦੇ ਨੇ। ਹੁਣ ਰੰਗ ਤਾਂ ਸਭ ਤੋਂ ਜ਼ਿਆਦਾ ਮੇਰੇ ਖਿਆਲ 'ਚ ਸਿੱਧੂ ਜੀ ਬਦਲਦੇ ਨੇ, ਕਿਉਂਕਿ ਕੇਜਰੀਵਾਲ ਤਾਂ ਜਿਹੜੀ ਗੱਲ ਕਹਿ ਦਿੰਦੇ ਐਟਲੀਸਟ ਇੱਕ ਉਹਨਾਂ ਦਾ ਇੱਕ ਏਜੰਡਾ ਹੈਗਾ ਕਿ ਅਸੀਂ ਕਰਪਸ਼ਨ ਦੇ ਉੱਤੇ ਲੜਨਾ ਹੈ ਜਾਂ ਅਸੀਂ ਸਕੂਲ ਠੀਕ ਕਰਨੇ ਜਾਂ ਅਸੀਂ ਹਸਪੀਟਲਸ ਠੀਕ ਕਰਨੇ, ਉਹਨਾਂ ਦਾ ਏਜੰਡਾ ਤਾਂ ਉਹ ਹੋ ਗਿਆ। ਇਹਨਾਂ ਦਾ ਏਜੰਡਾ ਕੀ ਹੈ, ਸਿੱਧੂ ਜੀ ਦਾ ਇਹਦਾ ਕੋਈ ਏਜੰਡਾ ਨਹੀਂ ਹੈਗਾ, ਇਹਨੇ ਸਿਰਫ ਦੂਜਿਆਂ ਨੂੰ ਬਦਨਾਮ ਕਰਨਾ ਹੈ, ਬਦਤਮੀਜ਼ੀ ਨਾਲ ਗੱਲ ਕਰਨੀ ਹੈ। ਹੁਣ ਕੇਜਰੀਵਾਲ ਦਾ ਅਗਰ ਤੁਸੀਂ ਦੇਖੋਗੇ ਗੱਲ ਕਰਦੇ ਹੋਣਗੇ ਉਹ ਕਹਿਣਗੇ ਸਿੱਧੂ ਸਾਹਿਬ, ਠੀਕ ਹੈ, ਜਾਂ ਕੈਪਟਨ ਸਾਹਿਬ, ਹਰਦਮ ਐਂਡ ਤੇ ਸਾਹਿਬ ਲੱਗਿਆ ਜਾਂਦਾ, ਚੰਨੀ ਸਾਹਿਬ, ਇੱਦਾਂ ਕਰਕੇ ਗੱਲ ਕੀਤੀ ਜਾਂਦੀ, ਚਾਹੇ ਇੰਟਰਨਲੀ ਦੇ ਡੋਂਟ ਲਾਈਕ ਇਟ, ਬਟ ਇੱਕ ਤੁਸੀਂ ਕਿਸੇ ਫੀਲਡ 'ਚ ਬੈਠੇ ਤੁਸੀਂ ਕਿਤੇ ਤੋਮਤ ਵੀ ਲਾਣੀ ਹੈ ਤੁਸੀਂ ਫਿਰ ਵੀ ਬੜੀ ਇੱਜ਼ਤ ਨਾਲ ਗੱਲ ਕਰਦੇ ਹੋ। ਤੇ ਇਹ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਗੱਲ ਕਰਦੇ ਦੇਖ ਲਓ ਕਿੱਦਾਂ ਗੱਲ, ਉਹ ਕੌਣ ਹੈ ਇਹ, ਕੌਣ ਹੈ ਇਹ ਹੁੰਦਾ ਕੌਣ ਹੈ। ਇਵਨ ਉਹਨੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਇਹ ਗੱਲ ਕਹੀ ਕਿ ਆਤਮਤਾਹੀ ਕਰਕੇ ਹੱਥ ਤੁਰਿਆ ਤੋਂ ਜਾਂਦਾ ਨਹੀਂ, ਮਤਲਬ ਵੇ ਹੀ ਮੇਡ, ਜਿੱਦਾਂ ਉਹਨੇ ਉਹਦਾ ਸਰੂਪ 'ਚ ਬਣਾ ਕੇ ਦਿਖਾਇਆ, ਮੈਨੂੰ ਇੰਨਾ ਦੁੱਖ ਹੋਇਆ ਕਿ ਠੀਕ ਹੈ ਕੈਪਟਨ ਜਿੰਨਾ ਮਰਜ਼ੀ ਮਾੜਾ ਬੰਦਾ ਹੋਏ ਉਹ ਬੁੱਢਾ ਹੋ ਚੁੱਕਿਆ, ਕੱਲ ਨੂੰ ਤੂੰ ਵੀ ਬੁੱਢਾ ਹੋਣਾ, ਹੋ ਸਕਦਾ ਤੇਰੇ ਹੱਥ ਪੈਰੇ ਤੋਂ ਵੀ ਜ਼ਿਆਦਾ ਖਰਾਬ ਹੋਣ, ਫਿਰ ਤੂੰ ਕੀ ਕਹੇਗਾ ਆਪਦੇ ਆਪ ਨੂੰ। ਮਤਲਬ ਉਹਦੇ 'ਚ ਇੰਨੀ ਹੋਮੇ ਹੈ ਕਿ ਹੀ ਜਸਟ ਥਿੰਕ ਕਿ ਮੈਂ ਤੇ ਉਹਨੂੰ ਤਮੀਜ਼ ਮਤਲਬ ਨਾ ਦੀ ਥੋੜੀ ਵੀ ਨਹੀਂ ਹੈਗੀ। ਚਲੋ ਕਿਤੇ ਬੰਦੇ ਨੂੰ ਗੁੱਸਾ ਆ ਜਾਂਦਾ, ਠੀਕ ਹੈ, ਜਿੱਥੇ ਵੀ ਕਿਤੇ ਉਹ ਪ੍ਰੈਸ ਕਾਨਫਰੰਸ ਕਰਦਾ ਜਾਂ ਕਿਸੇ ਨਾਲ ਫੇਸ ਟੂ ਫੇਸ ਕਿਸੇ ਰਿਪੋਰਟਰ ਨਾਲ ਗੱਲ ਕਰਦਾ, ਮੈਂ ਹਾਲੇ ਤੱਕ ਕੋਈ ਰਿਪੋਰਟਰ ਇਹੋ ਜਿਹਾ ਨਹੀਂ ਦੇਖਿਆ ਜਿਹੜਾ ਉਹ ਤੋਂ ਕੋਈ ਪ੍ਰੋਪਰ ਕੁਐਸਚਨ ਪੁੱਛ ਸਕੇ ਜਾਂ ਜੁਰਤ ਕਰ ਸਕੇ। ਜਿਹੜਾ ਵੀ ਉਹਨੂੰ ਪੁੱਛ ਰਿਹਾ ਹੁੰਦਾ ਜਾਂ ਤਾਂ ਉਹਨੂੰ ਉਹ ਝਾੜ ਦਿੰਦਾ ਉੱਥੇ, ਜਾਂ ਉਹਨੂੰ ਉਹ ਡਾਂਟ ਦਿੰਦਾ, ਮਤਲਬ ਜਾਂ ਕਹਿ ਦਿਓ ਤੁਸੀਂ ਆਮ ਆਦਮੀ ਪਾਰਟੀ ਦੇ ਅਗਰ ਉਹ ਕਿਸੇ ਵੀ ਪਾਰਟੀ ਦੇ ਥੋੜਾ ਜਿਹਾ ਵੀ ਕੁਝ ਫੇਵਰ 'ਚ ਬੋਲਦੇ ਜਸਟ ਟੂ ਗੈਟ ਮਤਲਬ ਉਹ ਤੋਂ ਜਵਾਬ ਲੈਣ ਦੇ ਚੱਕਰ ਤੋਂ ਕਹੂਗਾ ਤੁਸੀਂ ਉਹਨਾਂ ਦੇ ਪੀਏ ਹੋ, ਜਾਂ ਕਹੂਗਾ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਪਹਿਲਾਂ, ਰਾਈਟ। ਉਹ ਸਾਰਾ ਜਿਹੜਾ ਇੰਟਰਵਿਊ ਸੈਸ਼ਨ ਹੋਊਗਾ ਅਗਰ ਘੰਟੇ ਦਾ ਇਹ ਬੜਬੜ ਬੋਲਦਾ ਹੀ ਰਹੂਗਾ, ਕੁਐਸਚਨ ਕੁਝ ਹੋਰ ਬੋਲਿਆ ਹੁੰਦਾ ਜਵਾਬ ਕੁਝ ਹੋਰ ਦੇਈ ਜਾਊਗਾ, ਜਿਹੜਾ ਉਹਨੇ ਰੱਟੇ ਹੋਏ ਨੇ ਉਹਨੇ ਉਹ ਸਾਰਾ ਜਵਾਬ ਉਸ ਇੰਟਰਵਿਊ 'ਚ ਦੇਣਾ ਹੀ ਦੇਣਾ। ਤੇ ਜਿਹੜੇ ਉਹ ਵਿਚਾਰੇ ਰਿਪੋਰਟਰਸ ਨੇ ਜਿਹੜੇ ਕੁਐਸਚਨਸ ਲੈ ਕੇ ਆਏ ਹੁੰਦੇ ਉਹਨਾਂ ਦੇ ਕੁਐਸਚਨਸ ਤਕਰੀਬਨ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ, ਉਹ ਪੇਜ ਫੜਿਆ ਹੁੰਦਾ ਪੇਜ ਸਾਈਡ ਤੇ ਹੋ ਜਾਂਦਾ ਕਿਉਂਕਿ ਉਹ ਸੁਣਦਾ ਤਾਂ ਹੈ ਨਹੀਂ ਨਾ, ਉਹ ਮਤਲਬ ਕੁਐਸਚਨਸ ਦੇ ਪ੍ਰੋਪਰ ਜਵਾਬ ਦਿੰਦਾ। ਤੇ ਅਗਰ ਕੋਈ ਕੁਐਸਚਨ ਐਸਾ ਪੁੱਛਿਆ ਵੀ ਜਾਏ ਉਹਦਾ ਜਵਾਬ ਬੜੇ ਤਰੀਕੇ ਨਾਲ ਕਿਤੇ ਹੋਰ ਹੀ ਲੈ ਜਾਂਦਾ, ਮਤਲਬ ਕਹਿਣ ਦਾ। ਹੁਣ ਉਹ ਕੇਜਰੀਵਾਲ ਨੂੰ ਇੰਨਾ ਬਦਨਾਮ ਕਰ ਰਿਹਾ ਕਿ ਦਿੱਲੀ ਤੋਂ ਲੋਕ ਆਏ ਨੇ ਤੇ ਦਿੱਲੀ ਤੋਂ ਸਾਡੇ ਤੇ ਰਾਜ ਕਰਨਗੇ, ਇਹ ਸਾਨੂੰ ਦੱਸਣਗੇ ਰਾਜ ਕਿਵੇਂ ਕਰਨਾ। ਤੇ ਇਹਨੂੰ ਪੁੱਛੇ ਸਿੱਧੂ ਨੂੰ, ਤੂੰ ਕਾਂਗਰਸ ਪਾਰਟੀ ਦਾ ਤੇ ਕਾਂਗਰਸ ਕਿੱਥੋਂ ਦੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਰਾਈਟ, ਇਹ ਵੀ ਤਾਂ ਦਿੱਲੀ ਦੀ ਪਾਰਟੀ ਹੈ ਇੱਕ ਤਰੀਕੇ ਦੀ। ਤੇ ਦਿੱਲੀ ਤੋਂ ਉਹ ਵੀ ਤਾਂ ਉੱਥੋਂ ਤਾਂ 24 ਘੰਟੇ ਜਿਹੜਾ ਹਾਈ ਕਮਾਂਡ ਹੈ ਸਾਰੇ ਦਿਨ ਤੁਹਾਨੂੰ ਡਾਇਰੈਕਸ਼ਨਸ ਦਿੰਦੇ ਨੇ, ਕੌਣ ਹੋਊਗਾ ਤੇਰੇ ਕੋਲੇ ਤਾਂ ਸਿੱਧੂ ਕੋਲੇ ਤੇਰੇ ਕੋਲੇ ਤਾਂ ਪਾਵਰ ਵੀ ਨਹੀਂ ਕੋਈ ਹੈਗੀ ਆਪਣੇ ਓਨ ਡਿਸੀਜਨਸ ਲੈਣ ਦੀ, ਰਾਈਟ। ਤੂੰ ਤਾਂ ਸੀਐਮ ਵੀ ਨਹੀਂ ਬਣ ਸਕਦਾ ਆਪਣੇ ਓਨ ਡਿਸੀਜਨਸ ਦੇ ਨਾਲ, ਤੂੰ ਗੱਲਾਂ ਕੀ ਕਰਦਾ, ਰਾਈਟ। ਤੇ ਤੁਸੀਂ ਕਹਿੰਦੇ ਹੋ ਕਿ ਕੇਜਰੀਵਾਲ ਜਿਹੜਾ ਹੈਗਾ ਉਹ ਸੁਪਰੀਮੋ ਹੈ, ਉਹ ਡਿਕਟੇਟਰ ਹੈ, ਉਹ ਕਿਸੇ ਦੀ ਚੱਲਣ ਨਹੀਂ ਦਿੰਦਾ ਪੰਜਾਬ 'ਚ। ਅਫਕੋਰਸ ਉਹਨੇ ਇੱਕ ਪਾਰਟੀ ਕ੍ਰੀਏਟ ਕੀਤੀ, ਉਹ ਕਿਉਂ ਨਹੀਂ ਚੱਲਣ ਦਿੰਦਾ, ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਹਾਂ ਜੀ ਸਿੱਧੂ ਜੀ ਕਿਉਂ ਨਹੀਂ ਚੱਲਣ ਦਿੰਦਾ। ਕਿਉਂਕਿ ਤੁਹਾਡੇ ਵਰਗੇ ਲੀਡਰ ਜਾਂ ਕਈ ਹੋਰ ਲੀਡਰ ਜਿਹੜੇ ਕਰਪਟ ਲੀਡਰਸ ਨੇ ਉਹ ਸੋਚਦੇ ਨੇ ਕਿ ਅਗਰ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਹੈ ਤੇ ਆਮ ਆਦਮੀ ਪਾਰਟੀ ਨੂੰ ਕਾਫੀ ਲੋਕ ਜਿਹੜੇ ਹੈਗੇ ਉਹ ਵੋਟ ਦੇ ਰਹੇ ਨੇ ਤੇ ਅਸੀਂ ਸ਼ਾਇਦ ਸੀਟ ਲੈ ਲਾਂਗੇ ਤੇ ਐਮਐਲਏ ਬਣ ਕੇ ਜੋ ਦਿਲ ਕਰੇਗਾ ਕਰਾਂਗੇ। ਬਟ ਜਿਹੜਾ ਕੇਜਰੀਵਾਲ ਹੈ ਉਹ ਚੀਜ਼ਾਂ ਕਰਨ ਨਹੀਂ ਦਿੰਦਾ, ਉਹ ਕਰਪਸ਼ਨ ਤੁਹਾਨੂੰ ਹੋਣ ਨਹੀਂ ਦਿੰਦਾ, ਠੀਕ ਹੈ, ਉਹ ਪਾਰਟੀ ਤੋਂ ਕੱਢ ਕੇ ਬਾਹਰ ਮਾਰਦਾ। ਤਦੇ ਇੰਨੇ ਜਿਹੜੇ ਲੋਕ ਨੇ ਬਾਹਰ ਮਾਰੇ ਨੇ ਜਾਂ ਉਹਨਾਂ ਨੂੰ ਸੀਟਾਂ ਨਹੀਂ ਦਿੱਤੀਆਂ ਹੋਈਆਂ, ਬਿਕੋਜ਼ ਹੀ ਵਾਂਟਸ ਅ ਪਰਫੈਕਟ ਪਾਰਟੀ ਜਿਹਦੇ 'ਚ ਕਰਪਸ਼ਨ ਨਾ ਹੋਏ, ਠੀਕ ਹੈ, ਐਟਲੀਸਟ ਤੁਹਾਡੇ ਵਾਂਗੂ ਨਾ ਹੋਏ। ਜਿਵੇਂ ਤੁਸੀਂ ਇੱਕ ਸੀਟ ਦੇ ਪਿੱਛੇ ਨਾ ਉਹਦੇ ਵਾਂਗੂ ਲੜ ਰਹੇ ਹੋ, ਕੁੱਤੇ ਵਾਂਗੂ ਲੜ ਰਹੇ ਹੋ, ਐਟਲੀਸਟ ਉਹਦੀ ਪਾਰਟੀ 'ਚ ਉਹ ਚੀਜ਼ ਨਹੀਂ ਹੋ ਰਹੀ ਹੈ, ਠੀਕ ਹੈ, ਇਹ ਫਰਕ ਹੈ। ਤੇ ਕੇਜਰੀਵਾਲ ਅਗਰ ਉਹ ਇਹ ਚੀਜ਼ ਦੇਖਦਾ ਹੈ ਕਿ ਕੋਈ ਕਰਪਟ ਬੰਦਾ ਨਾ ਆ ਜੇ ਤੇ ਉਹਨੂੰ ਕੱਢ ਦਿੰਦਾ ਹੈ, ਇਹੀ ਸਾਨੂੰ ਚਾਹੀਦਾ। ਇਹ ਤਾਂ ਹੈ ਨਹੀਂ ਕਿ ਕੋਈ ਬੰਦੇ ਨੂੰ ਜਦ ਕੱਢਤਾ ਤੇ ਉਹ ਰੋਂਦਾ ਫਿਰਦਾ ਦੂਜੀ ਪਾਰਟੀ ਚਲਾ ਗਿਆ, ਫਿਰ ਤੁਹਾਡੇ ਵਰਗੇ ਕਹਿ ਦਿੰਦੇ ਉਹਦੀ ਪਾਰਟੀ 'ਚ ਤਾਂ ਕੋਈ ਟਿਕਦਾ ਨਹੀਂ ਹੈਗਾ। ਕਿਉਂ ਨਹੀਂ ਟਿਕਦਾ, ਕਿਉਂਕਿ ਉਹ ਵੋਟ ਕਰਪਟਡ ਪੀਪਲ ਨੂੰ ਟਿਕਣ ਨਹੀਂ ਦਿੰਦਾ, ਇਹ ਜਵਾਬ ਹੈ, ਠੀਕ ਹੈ। ਅਗਰ ਕੋਈ ਨਾਈਸ ਹੋਏ, ਪ੍ਰੋਪਰ ਹੋਏ, ਉਹਦੀ ਪਾਰਟੀ 'ਚ ਟਿਕੇ ਵੀ ਹੋਏ ਨੇ, ਠੀਕ ਹੈ। ਦਿਸ ਇਜ਼ ਵਾਟ ਦ ਆਮ ਆਦਮੀ ਪਾਰਟੀ ਇਜ਼।
ਹੁਣ ਦੂਜੇ ਹੱਥ ਤੇ ਇਹ ਬੰਦਾ ਉਹਨੂੰ ਕਹਿੰਦਾ ਕੋੜ ਕਿੱਲਾ ਕਿ ਵੀ ਉਹ ਰੰਗ ਬਦਲਦਾ, ਕਦੇ ਕੁਝ ਬਿਆਨ ਦਿੰਦਾ, ਉਹ ਤਾਂ ਹੈ ਹੀ ਨਹੀਂ, ਉਹ ਤਾਂ ਬੰਦਾ ਹੀ ਨਹੀਂ ਕਿਸੇ ਕੰਮ ਦਾ, ਉਹਦੀ ਔਕਾਤ ਕੀ ਹੈ। ਉਹਨੇ ਇਹ ਲਾਈਨ ਕਹੀ ਹੈ ਕਿ ਕੇਜਰੀਵਾਲ ਦੀ ਔਕਾਤ ਕੀ ਹੈ। ਮਿਸਟਰ ਸਿੱਧੂ ਜੀ, ਤੁਹਾਨੂੰ ਮੈਂ ਦੱਸਦਾ ਕਿ ਉਹ ਇੱਕ ਸਿਵਲ ਸਰਵਿਸਿਜ਼ ਤੋਂ ਗਿਆ ਹੋਇਆ ਬੰਦਾ ਹੈ ਐਂਡ ਹੀ ਇਜ਼ ਮਕੈਨੀਕਲ ਇੰਜੀਨੀਅਰ ਜਿਹਨੇ ਆਈਟੀ ਤੋਂ ਖੜਗਪੁਰ ਤੋਂ ਪੜ੍ਹਿਆ ਹੈ। ਠੀਕ ਹੈ, ਤੁਹਾਨੂੰ ਸ਼ਾਇਦ ਇੰਜੀਨੀਅਰਿੰਗ ਦਾ ABCD ਵੀ ਨਹੀਂ ਆਉਂਦਾ ਹੋਣਾ, ਤੇ ਉਹ ਉੱਥੋਂ ਪੜ੍ਹਿਆ ਹੈ। ਉਹਦੇ ਬਾਅਦ ਉਹਨੇ ਸਿਵਲ ਸਰਵਿਸਿਜ਼ ਕਲੀਅਰ ਕੀਤੀ ਹੈ ਤੇ ਇਨਕਮ ਟੈਕਸ ਡਿਪਾਰਟਮੈਂਟ 'ਚ ਉਹ ਬਹੁਤ ਹਾਈ ਪੋਸਟ ਤੇ ਰਿਹਾ ਹੈ। ਠੀਕ ਹੈ, ਤੇ ਤੁਹਾਡੀ ਔਕਾਤ ਸ਼ਾਇਦ ਉਹਦੇ ਮੂਹਰੇ ਜ਼ੀਰੋ ਹੈ ਮੇਰੇ ਖਿਆਲ 'ਚ। ਉਸ ਮਾਮਲੇ 'ਚ ਇੰਟੈਲੈਕਚੁਅਲੀ ਅਗਰ ਤੁਸੀਂ ਗੱਲ ਕਰੋ, ਯੂ ਆਰ ਨਥਿੰਗ ਰਾਈਟ, ਅਦਰ ਦੈਨ ਸ਼ੇਰੋ ਸ਼ਾਇਰੀ ਕਰਨ ਦੇ ਇਲਾਵਾ, ਜਾਂ ਇਹ 4 ਬੁੱਕਾਂ ਪੜ੍ਹ ਕੇ ਤੁਸੀਂ ਸੋਚਦੇ ਹੋ ਕਿ ਤੁਸੀਂ ਬਹੁਤ ਜ਼ਿਆਦਾ ਇੰਟੈਲੈਕਚੁਅਲ ਹੋ ਤੇ ਕੇਜਰੀਵਾਲ ਤੁਹਾਡੇ ਮੂਹਰੇ ਕੁਝ ਵੀ ਨਹੀਂ ਹੈਗਾ, ਉਹਦੀ ਔਕਾਤ ਨਹੀਂ ਹੈਗੀ, ਤੁਸੀਂ ਗਲਤ ਸਮਝਦੇ ਹੋ। ਅਗਰ ਤੁਹਾਨੂੰ ਦੋਨਾਂ ਨੂੰ ਬਿਠਾ ਦਿੱਤਾ ਜਾਏ, ਉਹ ਤੋਂ ਜ਼ਿਆਦਾ ਸਮਾਰਟ ਹੋਊਗਾ, ਉਹਨੂੰ ਗੱਲ ਕਰਨ ਦੀ ਅਕਲ ਹੈ, ਉਹਨੂੰ ਤਮੀਜ਼ ਦੇਣੀ ਆਉਂਦੀ ਕਿੱਦਾਂ ਗੱਲ ਕਰਨੀ, ਤੁਹਾਨੂੰ ਤਮੀਜ਼ ਨਹੀਂ ਦੇਣੀ ਆਉਂਦੀ ਕਿੱਦਾਂ ਗੱਲ ਕਰਦੇ ਨੇ। ਓਕੇ, ਤੇ ਨਾਲੇ ਤੁਸੀਂ ਹੋਗੇ ਜਿਹੜੇ ਕੋੜ ਕਿੱਲੇ ਵਾਂਗੂ ਰੰਗ ਬਦਲਦੇ ਹੋ ਹਰ ਟਾਈਮ ਤੇ। ਤੁਹਾਡਾ ਅੱਜ ਬਿਆਨ ਇਹ ਹੁੰਦਾ ਹੈ, ਦੂਸਰੇ ਦਿਨ ਬਿਆਨ ਕੁਝ ਹੋਰ ਹੋ ਜਾਂਦਾ ਹੈ, ਤੀਸਰੇ ਦਿਨ ਉਸ ਲਾਸਟ ਟਾਈਮ ਤੁਸੀਂ ਇੱਕ ਬਿਆਨ ਦਿੱਤਾ ਸੀ ਹਾਈ ਕਮਾਂਡ ਕੌਣ ਹੁੰਦੀ ਹੈ, CM ਡਿਸਾਈਡ ਕਰਨ ਵਾਲੀ। ਬੜੇ ਗੁੱਸੇ 'ਚ ਕੀ ਉਹ ਕਾਕਾ, CM ਡਿਸਾਈਡ ਤਾਂ ਲੋਕ ਕਰਨਗੇ, ਲੋਕ ਜਿਹੜੇ ਹੈਗੇ ਨੇ ਪੰਜਾਬ ਦੇ, ਉਹ ਆਪਦਾ ਵਾਰਿਸ ਚੁਣਨਗੇ। ਥੋੜੀ ਇਹ ਲਾਈਨ ਸੀਗੀ, ਵਾਰਿਸ ਚੁਣਨਗੇ। ਵਾਰਿਸ ਤੁਹਾਨੂੰ ਨਹੀਂ ਚੁਣਨਗੇ, ਉਹ ਤੁਹਾਡੀ ਪਾਰਟੀ ਚੁਣੂਗੀ ਕਿਹਨੂੰ ਵਾਰਿਸ ਚੁਣਨਾ ਕਿਹਨੂੰ ਨਹੀਂ ਚੁਣਨਾ, ਇਹ ਤੁਹਾਨੂੰ ਹੀ ਪਤਾ ਹੈ ਤੇ ਬਾਕੀਆਂ ਨੂੰ ਵੀ ਪਤਾ ਹੈ। ਤੁਸੀਂ ਜਿੰਨਾ ਮਰਜ਼ੀ ਜ਼ੋਰ ਪਾ ਲਓ, ਪਰ ਉਹੀ ਹੋਊਗਾ ਜਿਹੜੀ ਤੁਹਾਡੀ ਪਾਰਟੀ ਚਾਹੁੰਦੀ ਹੈ। ਤਾਂ ਰੰਗ ਤੁਸੀਂ ਬਦਲ ਦਿੰਦੇ। ਉਹਦੇ ਬਾਅਦ ਤੁਹਾਨੂੰ ਜਦੋਂ ਇਹ ਗੱਲ ਪੁੱਛੇ ਕਿ ਤੁਸੀਂ ਲਾਈਨ ਕਿਉਂ ਕਹੀ, ਤਾਂ ਤੁਸੀਂ ਕਹਿੰਦੇ ਇਹੀ ਤੁਸੀਂ ਗਲਤ ਸਮਝ ਲਿਆ, ਤੁਸੀਂ ਜੋ ਮਰਜ਼ੀ ਸਮਝੀ ਜਾਓ। ਮੈਂ ਤਾਂ ਇਹ ਕਹਿ ਰਿਹਾ ਸੀਗਾ ਆਖਿਰਕਾਰ MLA ਚੁਣੇ ਜਾਣਗੇ, ਉਹਦੇ ਬਾਅਦ MLA 'ਚ ਹੀ ਚੁਣਿਆ ਜਾਊਗਾ ਜਿਹੜੀ ਪਾਰਟੀ ਚੁਣੂਗੀ। ਤੁਸੀਂ ਬੜੇ ਜਲਦੀ ਉਸ ਚੀਜ਼ ਨੂੰ ਟਵਿਸਟ ਕਰਤਾ। ਠੀਕ ਹੈ, ਇੱਕ ਮੈਂ ਥੋੜਾ ਸਿਰਫ ਇੱਕ ਉਦਾਹਰਨ ਦਿੱਤਾ ਹੈ, ਜੇ ਬਥੇਰੇ ਉਦਾਹਰਨ ਨੇ ਮੈਂ ਜਿਹੜੇ ਦੇ ਸਕਦੀ ਹਾਂ। ਸੋ ਕੋੜ ਕਿੱਲਾ ਤਾਂ ਬੇਸਿਕਲੀ ਮੇਰੇ ਖਿਆਲ 'ਚ ਪੂਰੀ ਰਾਜਨੀਤੀ ਅਗਰ ਪੋਲੀਟਿਕਸ ਪੰਜਾਬ ਦੀ ਦੇਖੀ ਜਾਏ ਤਾਂ ਤੁਸੀਂ ਹੋ, ਸਿੱਧੂ ਜੀ ਹੋ। ਠੀਕ ਹੈ, ਹੋਰ ਕੋਈ ਨਹੀਂ ਹੈਗਾ। ਅੱਛਾ, ਨੈਕਸਟ ਪੁਆਇੰਟ ਇਹ ਹੈਗਾ ਕਿ ਸਿੱਧੂ ਜੀ ਕਹਿੰਦੇ ਨੇ ਆਪਦੇ ਆਪ ਨੂੰ ਕਿ ਮੈਂ ਬਹੁਤ ਨਿਮਾਣਾ ਬੰਦਾ ਹੈ, ਮੈਂ ਬਹੁਤ ਇੱਕ ਨਾਰਮਲ ਉਹਦੇ 'ਚੋਂ ਆਉਂਦਾ ਹੈ, ਮੈਂ ਬਹੁਤ ਉਹ ਹਾਂ, ਮੈਂ ਬਹੁਤ ਨੀਵਾਂ ਬੰਦਾ ਹੈ। ਨੀਵਾਂ ਤਾਂ ਤੁਸੀਂ ਕਿਸੇ ਵੀ ਐਂਗਲ ਤੋਂ ਨਹੀਂ ਹੈਗੇ, ਉਹ ਤਾਂ ਸਾਰੇ ਨਹੀਂ ਦੇਖਿਆ, ਉਹ ਤਾਂ ਸਾਰੇ ਬੋਲਦੇ ਨੇ ਕਿ ਤੁਸੀਂ ਨੀਵੇਂ ਕਿਸੇ ਵੀ ਐਂਗਲ ਤੋਂ ਨਹੀਂ। ਅਗਰ ਤੁਹਾਡੇ ਵਰਗਾ ਬੰਦਾ ਚੀਫ ਮਿਨਿਸਟਰ ਪੰਜਾਬ ਦਾ ਬਣ ਗਿਆ ਤੇ ਸੱਤਿਆਨਾਸ਼ ਹੋ ਜਾਊਗਾ, ਕਿਉਂਕਿ ਸਾਰਾ ਟਾਈਮ ਤੁਹਾਡੀ ਹੋਮੇ ਹੀ ਰਹਿਣੀ ਹੈ, ਤੁਹਾਨੂੰ ਅੱਗ ਹੀ ਲੱਗੀ ਰਹਿਣੀ ਹੈ ਕਿ ਇਹ ਬੰਦੇ ਨੇ ਮੈਨੂੰ ਇਹ ਕਹਿਤਾ, ਇਹਨੂੰ ਹਟਾਓ ਜੀ, ਉਹ SP ਨੇ ਮੈਨੂੰ ਇੱਦਾਂ ਕਹਿਤਾ, ਇਹਨੂੰ ਹਟਾਓ ਜੀ, ਇਹਨੂੰ ਖੂੰਜੇ ਤੇ ਲਾਓ ਜੀ। ਤੁਹਾਡਾ ਕੰਮ ਹੀ ਇਹੀ ਹੋਣਾ ਹੈ, ਤੁਸੀਂ ਇਹੀ ਕੰਮ ਤੇ ਰਹੋਗੇ। ਤੁਸੀਂ ਪੰਜਾਬ ਦੀ ਤਰੱਕੀ ਨਹੀਂ ਕਰਨ ਤੇ ਸੋਚੋਗੇ ਕਿ ਲੋਕਾਂ ਨੂੰ ਜੌਬ ਕਿੱਦਾਂ ਦੇਣੀਆਂ ਨੇ ਜਾਂ ਪੰਜਾਬ ਨੂੰ ਅੱਗੇ ਕਿੱਦਾਂ ਵਧਾਉਣਾ। ਨਹੀਂ, ਤੁਹਾਡਾ ਮੇਨ ਮਕਸਦ ਇਹ ਹੋਊਗਾ ਇਹਨੇ ਕਹਿ ਕਿਵੇਂ ਦਿੱਤਾ ਮੈਨੂੰ, ਇਹਨੇ ਉਹ ਕਿਵੇਂ ਕਹਿ ਦਿੱਤਾ ਮੈਨੂੰ, ਇਹਨੂੰ ਲਾਓ ਖੂੰਜੇ। ਇਹ ਤੁਹਾਡਾ ਕੰਮ ਹੋਣਾ। ਸੋ ਬੈਟਰ ਹੈ ਕਿ ਤੁਹਾਡੇ ਵਰਗਾ ਚੀਫ ਮਿਨਿਸਟਰ ਨਾ ਹੀ ਹੋਏ ਤਾਂ ਚੰਗਾ, ਕਿਉਂਕਿ ਵਿਦਆਊਟ ਚੀਫ ਮਿਨਿਸਟਰ ਹੋਣ ਦੇ ਬਾਵਜੂਦ ਵੀ ਤੁਸੀਂ ਇੰਨਾ ਗੰਦ ਪਾ ਰੱਖਿਆ ਹੈ, ਉਹ ਅਸੀਂ ਦੇਖ ਹੀ ਰਹੇ ਹਾਂ ਕੀ ਹੋ ਰਿਹਾ। ਠੀਕ ਹੈ, ਚਲੋ ਆਪਾਂ ਗੱਲ ਕਰ ਸੀ ਨਾਰਮਲ ਬੰਦਾ। ਨਾਰਮਲ ਤੁਸੀਂ ਕਿਹੜੇ ਐਂਗਲ ਤੋਂ? ਹੁਣ ਮੈਂ ਥੋੜੀ ਨਾਰਮਲਿਟੀ ਦੱਸਦੀ ਹਾਂ। ਮੈਂ ਤੁਹਾਡੀ ਹੋਰ ਕਈ ਇੰਟਰਵਿਊਜ਼ ਦੇਖੀਆਂ ਜਿਹਦੇ 'ਚ ਤੁਹਾਡੇ 4 ਨੌਕਰ ਨੇ ਜਿਹੜੇ ਖਾਣਾ ਪਕਾ ਕੇ ਤੁਹਾਨੂੰ ਸਰਵ ਕਰ ਰਹੇ ਨੇ। ਇਹ ਨਾਰਮਲ ਬੰਦੇ ਦੇ ਲੱਛਣ ਨਹੀਂ ਹੁੰਦੇ ਕਿ ਜਿੱਥੇ 4 ਸਰਵੈਂਟ ਸਿਰਫ ਖਾਣਾ ਪਕਾ ਕੇ ਤੁਹਾਨੂੰ ਖਾਣਾ ਖਵਾ ਰਹੇ ਹੋਣ। ਹੁਣ ਕਈ ਲੋਕ ਇਹ ਕਹਿ ਸਕਦੇ ਨੇ ਜਾਂ ਪਰ ਇੱਕ ਉਹ ਪਰਸਨੈਲਿਟੀ ਰਹੇ ਨੇ, ਕ੍ਰਿਕਟਰ ਰਹੇ ਨੇ, ਤੇ ਇਹ ਤਾਂ ਨਾਰਮਲ ਹੈ, ਇਹ ਤਾਂ ਨਾਰਮਲ ਮਿਡਲ ਕਲਾਸ ਫੈਮਿਲੀ ਅਕਸਰ ਅਫੋਰਡ ਕਰ ਸਕਦੀ ਹੈ। ਜਾਂ ਮੈਂ ਮੰਨਦੀ ਇਹਨੂੰ ਅਫੋਰਡ ਕਰ ਸਕਦੇ, ਫਿਰ ਆਪਦੇ ਆਪ ਨੂੰ ਨਾਰਮਲ ਨਿਮਾਣਾ ਬੰਦਾ ਨਾ ਕਹਿਣ ਨਾ, ਜਿਹਦੇ ਆਲੇ ਦੁਆਲੇ 4 ਬੰਦੇ ਫਿਰਦੇ ਹੋਣ। ਤੁਸੀਂ ਫਿਰ ਇਹ ਕਹਿੰਦੇ ਮੈਂ ਜਨਤਾ ਦੀ, ਪੰਜਾਬ ਦੀ ਜਨਤਾ ਦੀ ਸੇਵਾ ਕਰਨੀ ਹੈ, ਮੈਂ ਉਹਨਾਂ ਨੂੰ ਮਤਲਬ ਉਹਨਾਂ ਵਾਸਤੇ ਕੁਝ ਕਰਨਾ ਚਾਹੁੰਦਾ ਹੈ। ਅਗਰ ਤੁਸੀਂ ਉਹਨਾਂ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤੇ ਫਿਰ ਸਭ ਤੋਂ ਪਹਿਲਾਂ ਤੁਸੀਂ ਨੌਕਰ ਚਾਕਰ ਘਟਾਓ, ਕੰਮ ਘਰੇ ਕਰੋ ਥੋੜਾ ਜਿਹਾ, ਤਾਂ ਕਿ ਇਹ ਲੋਕਾਂ ਨੂੰ ਥੋੜਾ ਜਿਹਾ ਆਪਾਂ ਕਹਿੰਦੇ ਹੁੰਦੇ ਆ ਉਹ ਮਿਲੇ, ਥੋੜਾ ਬੇਲ ਮਿਲੇ। ਫਿਰ ਇਹ ਆਪਦੇ ਆਪ ਨੂੰ ਗਾਂਧੀ ਦੇ ਨਾਲ ਜੁਆਇਨ ਕਰਨ ਲੱਗਿਆ, ਮੈਂ ਗਾਂਧੀ ਦੇ ਵਾਂਗੂ ਹਾਂ, ਮੈਂ ਗਾਂਧੀ ਤਾਂ ਸਾਰਾ ਕੰਮ ਆਪਣੇ ਆਪ ਕਰਦੇ ਹੁੰਦੇ ਸੀਗੇ। ਤੁਸੀਂ ਕਿਹੜਾ ਆਪਣਾ ਕੰਮ ਆਪਣੇ ਆਪ ਕਰਦੇ ਹੋ? ਇੱਕ ਕੰਮ ਵੀ ਨਹੀਂ ਕਰਦੇ ਤੇ ਗਾਂਧੀ ਕਿਹੜੇ ਐਂਗਲ ਤੋਂ ਹੋ ਗਏ? ਇਹਨਾਂ ਨੇ ਇਹ ਗੱਲ ਕਹੀ ਸੀ ਨਾ ਕਿ ਵੀ ਗਾਂਧੀ ਦੇ ਕੋਲੇ ਕੋਈ ਸੀਟ ਨਹੀਂ ਸੀ ਤੇ ਮੇਰੇ ਕੋਲੇ ਵੀ ਕੋਈ ਪਾਵਰ ਜਾਂ ਸੀਟ ਨਹੀਂ ਹੈਗੀ, ਉਹਦੇ ਬਾਵਜੂਦ ਮੈਂ ਇਹ ਕੰਮ ਕਰ ਸਕਦਾ। ਤਾਂ ਉਹਦਾ ਆਨਸਰ ਇਹ ਹੈ ਕਿ ਗਾਂਧੀ ਕੋਲੇ ਨੌਕਰ ਚਾਕਰ ਨਹੀਂ ਸੀਗੇ, ਗਾਂਧੀ ਸਾਰਾ ਕੰਮ ਆਪਣਾ ਆਪ ਕਰਦੇ ਸੀ, ਕੁਕਿੰਗ ਆਪ ਕਰਦੇ ਸੀ, ਕੱਪੜੇ ਆਪਦੇ ਆਪ ਧੋ ਲੈਂਦੇ ਸੀ। ਤੇ ਅਸੀਂ ਤਾਂ ਕੁਝ ਵੀ ਨਹੀਂ ਕਰਦੇ, ਤੁਹਾਡੀ ਇਵਨ ਘਰ ਵਾਲੀ ਤੱਕ ਨਹੀਂ ਕਰਦੀ। ਤੁਸੀਂ ਤਾਂ ਛੱਡੋ ਸਿੱਧੂ ਜੀ, ਤੁਹਾਡੀ ਵਾਈਫ, ਉਹਨੂੰ ਖਾਣਾ ਬਣਾਉਣਾ ਤੱਕ ਨਹੀਂ ਆਉਂਦਾ। ਤੁਸੀਂ ਨਾਰਮਲ ਬੰਦੇ ਹੋਣ ਦੀ ਗੱਲ ਕਰਦੇ ਹੋ। ਕਪਿਲ ਸ਼ਰਮਾ ਸ਼ੋਅ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਇਹਨਾਂ ਦੀ ਵਾਈਫ ਨੇ ਬਕਾਇਦਾ ਗੱਲ ਕਹੀ ਹੈ ਕਿ ਉਹਨਾਂ ਨੇ ਲਾਈਫ 'ਚ ਸਿਰਫ 1 ਦਿਨ ਕੁਕਿੰਗ ਕੀਤੀ ਸੀ, ਦੈਟਸ ਇਟ, ਜਿਹੜੀ ਵਧੀਆ ਨਹੀਂ ਹੋਈ ਸੀ। ਉਹਦੇ ਬਾਅਦ ਉਹਨਾਂ ਨੇ ਸੋਚ ਲਿਆ ਕਿ ਨਹੀਂ, ਮੇਰਾ ਕੰਮ ਕੁਕਿੰਗ ਕਰਨਾ ਨਹੀਂ ਹੈ,
ठीक है। ਤੇ ਉਹਨਾਂ ਨੇ ਬੜੇ ਉਹਦੇ 'ਚ ਵੱਡੇਪਨ 'ਚ ਦੱਸਿਆ ਹੋਣਾ ਕਿ ਵੀ ਮੈਂ ਤਾਂ ਸਾਡੇ ਘਰੇ ਤੇ ਸਿੱਧੂ ਜੀ ਵੀ ਕਹਿ ਰਹੇ ਨੇ ਹਾਂ ਇੱਕ ਸਰਵੈਂਟਾਂ ਨੂੰ ਮੂਹਰੇ ਖੜਾ ਕਰ ਲੈਂਦੀ ਹੈ, ਉਹਨਾਂ ਨੂੰ ਕਹਿੰਦਾ ਅੱਛਾ ਤੁਮ ਇਹ ਕਰੋ, ਤੁਮ ਉਹ ਕਰੋ, ਤੁਮ ਇਹ ਕਰੋ, ਇਹ ਤਾਂ ਆਰਡਰ ਲਾਉਣ ਨੂੰ ਜਾਣਦੇ ਨੇ ਨਹੀਂ। ਤੇ ਇੱਥੋਂ ਪਤਾ ਚੱਲਦਾ ਕਿ ਜਿਹਦੀ ਘਰ ਵਾਲੇ ਨੂੰ ਕੁਕਿੰਗ ਤੱਕ ਨਹੀਂ ਆਉਂਦੀ, ਇੰਨੇ ਸਾਲ ਨਿਕਲ ਗਏ, ਇਹ ਨਾਰਮਲ ਪਰਸਨ ਤਾਂ ਹੋ ਨਹੀਂ ਸਕਦੇ ਰਾਈਟ। ਇਹ ਨਾਰਮਲ ਨਹੀਂ ਹੈਗੇ। ਇਹ ਜਨਤਾ ਦੀ ਸੇਵਾ ਨੂੰ ਥੋੜ੍ਹਾ ਨਾ ਬੈਠੇ, ਅਗਰ ਜਨਤਾ ਦੀ ਸੇਵਾ ਨੂੰ ਬੈਠੇ ਹੁੰਦੇ ਤੇ ਆਪ ਕੰਮ ਕਰਨਾ ਜਾਣਦੇ ਹੁੰਦੇ, ਆਪ ਤਾਂ ਕਰਦੇ ਹੀ ਨਹੀਂ ਹੈਗੇ। ਚੌਥੀ ਗੱਲ, ਜਿਹੜਾ ਬੰਦਾ ਆਪਦੇ ਬੱਚਿਆਂ ਨੂੰ ਨਹੀਂ ਸੰਭਾਲ ਸਕਿਆ ਉਹ ਪੰਜਾਬ ਦੇ ਲੋਕਾਂ ਨੂੰ ਕੀ ਸੰਭਾਲੂਗਾ, ਪਹਿਲੀ ਗੱਲ। ਹੁਣ ਇਹਨੇ ਕਪਿਲ ਸ਼ਰਮਾ ਸ਼ੋਅ ਤੇ ਇਹ ਲਾਈਨ ਵੀ ਕਹੀ ਹੈ ਕਿ ਜਿਹੜੀ ਇਹਦੀ ਕੁੜੀ ਹੈ ਉਹ ਪਾਰਟੀ ਕਰਨ ਰੋਜ਼ ਰਾਤ ਨੂੰ ਜਾਂਦੀ ਹੈ, ਤੇ ਹੀ ਸੈਡ ਕਿ ਹੀ ਡਜ਼ਨਟ ਲਾਈਕ ਦੈਟ ਕਿ 2-2 3-3 ਵਜੇ ਰਾਤ ਨੂੰ ਵਾਪਿਸ ਆਣਾ। ਤਾਂ ਇਹਨੇ ਘਰ ਦੇ ਸਾਰੇ ਦਰਵਾਜ਼ੇ ਬੰਦ ਕਰਤੇ ਤਾਂ ਕਿ ਇਹਦੀ ਬੇਟੀ ਜਿਹੜੀ ਹੈਗੀ ਆ ਉਹ ਪਾਰਟੀ ਕਰਨ ਨਾ ਜਾ ਸਕੇ। ਐਂਡ ਦੈਨ ਹੀ ਮਤਲਬ ਉਹ ਬੜੇ ਉਹਦੇ 'ਚ ਫਕਰ 'ਚ ਦੱਸ ਰਿਹਾ ਕਿ ਮੇਰੀ ਬੇਟੀ, ਮੈਂ ਮੈਡੀਟੇਸ਼ਨ ਕਰ ਰਿਹਾ ਸੀ, ਮੇਰੇ ਕਮਰੇ ਦੀ ਖਿੜਕੀ ਟੱਪ ਕੇ ਚਲੀ ਗਈ 9 ਵਜੇ ਪਾਰਟੀ ਕਰਨ, ਫਿਰ ਰਾਤ ਦੇ 2 ਵਜੇ ਵਾਪਿਸ ਆਈ ਤੇ ਮੇਰੀ ਖਿੜਕੀ ਤੋਂ ਟੱਪ ਕੇ ਵਾਪਿਸ ਆ ਗਈ ਉਹ ਘਰ ਦੇ ਅੰਦਰ। ਤੁਸੀਂ ਕੀ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਹੇ ਹੋ ਕਿ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ ਉਹ ਖਿੜਕੀਆਂ ਟੱਪ ਕੇ ਰਾਤ ਨੂੰ ਪਾਰਟੀਆਂ ਕਰਨ ਜਾਣ ਬਾਹਰ, ਰਾਈਟ। ਇਹ ਤੁਸੀਂ ਸੰਸਕਾਰ ਦੇਣਾ ਚਾਹੁੰਦੇ ਹੋ, ਤੁਹਾਡੇ ਘਰ 'ਚ ਇਹ ਸੰਸਕਾਰ ਹੋਣਾ ਹੈ, ਬਟ ਆਮ ਜਿਹੜੀ ਪੰਜਾਬ ਦੀ ਜਨਤਾ ਹੈ ਉਹਨਾਂ ਦੇ ਘਰੇ ਇਹ ਸੰਸਕਾਰ ਨਹੀਂ ਹੈਗਾ ਕਿ ਉਹ ਬੜੇ ਫਕਰ ਨਾਲ ਦੱਸਣ ਕਿ ਉਹਦੀ ਜਿਹੜੀ ਕੁੜੀ ਹੈ ਰਾਤ ਦੇ 9 ਵਜੇ ਘਰ ਦੀ ਖਿੜਕੀਆਂ ਟੱਪ ਕੇ ਪਾਰਟੀਆਂ ਕਰਨ ਬਾਹਰ ਜਾ ਰਹੀ ਹੈ ਤੇ ਰਾਤ ਨੂੰ 2 ਵਜੇ ਘਰੇ ਵਾਪਿਸ ਲੌਟਦੇ ਫਿਰ ਖਿੜਕੀ ਟੱਪ ਕੇ ਘਰ ਦੇ ਅੰਦਰ ਆਉਂਦੀ ਹੈ। ਇਹ ਕਲਚਰ ਪੰਜਾਬ ਦਾ ਨਹੀਂ ਹੈਗਾ ਜੀ ਸਿੱਧੂ ਜੀ, ਤੁਹਾਡਾ ਕੋਈ ਕਲਚਰ ਹੋਣਾ, ਤੁਸੀਂ ਹੋਰ ਕਿਤੋਂ ਬਿਲੋਂਗ ਕਰਦੇ ਹੋਵੋਗੇ, ਪੰਜਾਬ ਦਾ ਨਹੀਂ ਹੈਗਾ। ਚੌਥੀ ਗੱਲ, ਇਹ ਆਪਦੇ ਆਪ ਨੂੰ ਜੱਟ ਸਿੱਖ ਸਮਝਦੇ ਨੇ, ਕਿਹੜੇ ਐਂਗਲ ਤੋਂ ਜੱਟ ਸਿੱਖ ਨੇ, ਪਿਓਰ ਜੱਟ ਸਿੱਖ ਤਾਂ ਹੈ ਹੀ ਨਹੀਂ ਹੈਗੇ। ਅੱਜ ਤੱਕ ਇਹਨਾਂ ਨੇ ਇਹ ਨਹੀਂ ਦੱਸਿਆ ਸੀਗਾ ਕਿ ਮੇਰੀ ਜਿਹੜੀ ਮਦਰ ਹੈ ਉਹ ਹਿੰਦੂ ਹੈ, ਠੀਕ ਹੈ। ਪਹਿਲੀ ਵਾਰ ਇਹ ਆ ਰਿਹਾ ਕਿ ਵਾਰੀ ਹਰ ਥਾਂ ਤੇ ਇਹ ਸਿਰਫ ਹਿੰਦੂ ਦੀ ਵੋਟਾਂ ਲੈਣ ਖਾਤਰ ਹੀ ਕੀਪ ਔਨ ਸੇਇੰਗ ਕਿ ਮੇਰੀ ਜਿਹੜੀ ਮਾਂ ਸੀ ਉਹ ਹਿੰਦੂ ਸੀ, ਮੇਰਾ ਪਿਓ ਸਟੌਂਚ ਸਿੱਖ ਸੀਗਾ, ਰਾਈਟ। ਦੈਟਸ ਇਹ ਉਹਦੀ ਇਹਨਾਂ ਦੀ ਲਾਈਨ ਹੈ। ਤੇ ਮੇਰੀ ਮਾਂ ਰੋਜ਼ ਸਵੇਰੇ 2 ਘੰਟੇ ਮੈਨੂੰ ਵੇਦਾਂ ਦਾ ਗਿਆਨ ਦਿੰਦੀ ਸੀ ਤੇ ਸ਼ਾਮ ਨੂੰ ਮੇਰਾ ਪਿਓ ਜਿਹੜਾ ਹੈਗਾ 2 ਘੰਟੇ ਮੈਨੂੰ ਗ੍ਰੰਥ ਦਾ, ਆਪਣੇ ਸਿੱਖਾਂ ਦਾ ਜਿਹੜਾ ਆਪਣਾ ਗ੍ਰੰਥ ਹੁੰਦਾ ਉਹਦਾ ਗਿਆਨ ਦਿੰਦੇ ਸੀਗੇ। 4 ਘੰਟੇ ਮਤਲਬ ਇਹਨੂੰ ਵਿੱਦਿਆ ਦਿੱਤੀ ਜਾਂਦੀ ਸੀ ਗ੍ਰੰਥਾਂ ਦੀ। ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਪੜ੍ਹਾਈ ਕਿਹੜੇ ਟਾਈਮ ਤੇ ਕਰਦਾ ਸੀਗਾ, ਸਕੂਲ ਕਿਹੜੇ ਟਾਈਮ ਤੇ ਜਾਂਦਾ ਸੀਗਾ, ਔਰ ਜਿਸ ਹਿਸਾਬ ਨਾਲ ਆਪਣੀ ਪਰਸਨੈਲਿਟੀ ਦੱਸੀ ਹੋਈ ਹੈ ਕਿ ਇਹ ਬਹੁਤ ਹੀ ਵਿਗੜਿਆ ਹੋਇਆ ਮੁੰਡਾ ਸੀਗਾ ਇਨੀਸ਼ੀਅਲੀ, ਦੈਟਸ ਇਜ਼ ਵਾਟ ਹੀ ਸੇਜ਼, ਉਸ ਹਿਸਾਬ ਨਾਲ ਆਪਾਂ ਨੂੰ ਲੱਗਦਾ ਹੈ ਕਿ ਇਹ 2 ਘੰਟੇ ਸਵੇਰੇ ਵੇਦਾਂ ਦਾ ਪਾਠ ਕਰਦਾ ਹੋਣਾ ਤੇ 2 ਘੰਟੇ ਸ਼ਾਮ ਨੂੰ ਗ੍ਰੰਥਾਂ ਦਾ ਪਾਠ ਕਰਦਾ ਹੋਣਾ, ਜਦ ਕਿ ਇਹ ਬਹੁਤ ਹੀ ਵਿਗੜੀ ਹੋਈ ਔਲਾਦ ਸੀਗੀ, ਠੀਕ ਹੈ। ਸੋ ਇਹ ਗੱਲਾਂ ਹੀ ਗੱਲਾਂ ਨੇ ਸਿੱਧੂ ਜੀ ਤੁਹਾਡੀਆਂ, ਹੋਰ ਕੁਝ ਨਹੀਂ ਹੈ। ਇਨ ਦੀ ਐਂਡ ਤੁਹਾਨੂੰ ਸਿਰਫ ਇਹੀ ਹੈ ਕਿ ਮੈਨੂੰ ਸਿਰਫ ਚੀਫ ਮਿਨਿਸਟਰਸ਼ਿਪ ਦੀ ਕੁਰਸੀ ਮਿਲ ਜੇ, ਜਿਹੜਾ ਤੁਹਾਡਾ ਮੇਨ ਇੱਕ ਮਕਸਦ ਹੈਗਾ। ਸੋ ਸਭ ਤੋਂ ਪਹਿਲਾਂ ਤੁਸੀਂ ਆਪਦੇ ਘਰ ਨੂੰ ਸੰਭਾਲੋ, ਆਪਦੇ ਬੱਚਿਆਂ ਨੂੰ ਸੰਭਾਲੋ, ਠੀਕ ਹੈ। ਅਗਰ ਤੁਹਾਡੇ ਬੱਚੇ ਨਹੀਂ ਤੁਹਾਡੀ ਗੱਲ ਸੁਣਦੇ ਤੇ ਫਿਰ ਪੰਜਾਬ ਦੇ ਲੋਕ ਤੁਹਾਡੀ ਗੱਲ ਕਿਉਂ ਸੁਣਨਗੇ, ਪਹਿਲੀ ਗੱਲ। ਦੂਸਰੀ ਗੱਲ, ਲੋਕਾਂ ਨੂੰ ਬਦਨਾਮ ਕਰਨ ਤੋਂ ਚੰਗਾ ਜਾਂ ਦੂਜੇ ਲੀਡਰਸ ਨੂੰ ਬਦਨਾਮ ਕਰਨ ਤੋਂ ਚੰਗਾ ਬੈਸਟ ਇਹ ਹੈ ਕਿ ਤੁਸੀਂ ਕੋਈ ਚੰਗਾ ਕੰਮ ਕਰੋ, ਪਾਲਿਸੀਜ਼ ਚੰਗੀਆਂ ਕਰੋ, ਤਾਂ ਹੀ ਤੁਸੀਂ ਅੱਗੇ ਆਓਗੇ। ਥੋੜੇ ਅੰਮ੍ਰਿਤਸਰ ਦੇ ਹਲਕਿਆਂ 'ਚ ਹੀ ਲੋਕ ਕਹਿ ਰਹੇ ਨੇ ਕਿ ਸਿੱਧੂ ਇੱਕ ਵਾਰ ਇਲੈਕਸ਼ਨ ਲੜ ਕੇ ਜਾਂਦਾ ਤੇ ਕਦੇ ਮੁੜ ਕੇ ਨਹੀਂ ਆਇਆ ਇੱਥੇ, ਤੇ ਉਹਨੇ ਕਦੇ ਕੋਈ ਕੰਮ ਵੀ ਨਹੀਂ ਕਰਾਇਆ। ਇੱਥੋਂ ਪਤਾ ਚੱਲਦਾ ਕਿ ਤੁਸੀਂ ਕਿੰਨਾ ਕੰਮ ਕਰਦੇ ਹੋ, ਕਦੇ ਤੁਸੀਂ ਨਜ਼ਰ ਹੀ ਨਹੀਂ ਆਉਂਦੇ। ਸੋ ਇਹ ਹੋਰ ਕੋਈ ਪੁਆਇੰਟ ਹੈਗਾ ਤਾਂ ਮੈਂ ਦੇਖਦੀ ਇੱਕ ਸੈਕਿੰਡ। ਸੋ ਮੈਂ ਸਿਰਫ ਇਹੀ ਕਹੂੰਗੀ, ਮੇਨ ਇਹ ਹੈ ਕਿ ਜਿੰਨਾ ਰੂਡ ਇੱਕ ਪੋਲੀਟੀਸ਼ੀਅਨ ਮੈਂ ਸਿੱਧੂ ਦੇਖਿਆ, ਮੈਂ ਕਿਸੇ ਨੂੰ ਦੇਖਿਆ ਕਿਸ ਤਰ੍ਹਾਂ, ਮਤਲਬ ਜਦ ਚੱਲ ਅੱਗੇ ਚੱਲ, ਇੱਕ ਰਿਪੋਰਟਰ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਜਿਹਦੇ ਨਾਲ ਤੁਸੀਂ ਬੈਠੇ ਗੱਲ ਕਰ ਰਹੇ ਹੋ। ਸੋ ਮੈਂ ਚਾਹੂੰਗੀ ਕਿ ਇਹਨੂੰ ਹਰਾਇਆ ਜਾਏ, ਇਹਦੀ ਜਿਹੜੀ ਹਉਮੈ ਹੈ ਇਹ ਕੱਢੀ ਜਾਏ ਕਿ ਯੂ ਆਰ ਨੋਟ ਸੁਪਰੀਮ, ਤੂੰ ਇੰਨਾ ਵੱਡਾ ਬੰਦਾ ਨਹੀਂ ਹੈ, ਠੀਕ ਹੈ। ਇਸ ਧਰਤੀ ਤੇ ਹੀ ਜੰਮਿਆ, ਇਸ ਧਰਤੀ ਦਾ ਹੀ ਹੈਗਾ, ਕੋਈ ਖਾਸ ਉਹ ਨਹੀਂ ਹੈਗਾ ਤੈਨੂੰ, ਠੀਕ ਹੈ। ਲੋਕਾਂ ਨੇ ਚੱਕ ਲਿਆ ਉੱਤੇ, ਪਰ ਤੂੰ ਹੁਣ ਬਹੁਤ ਹਉਮੈ 'ਚ ਆਇਆ ਹੋਇਆ, ਸੋ ਤੂੰ ਥੱਲੇ ਥੋੜਾ ਜਿਹਾ ਆ ਜਾ। ਸੋ ਇੱਥੇ ਮੈਂ ਐਂਡ ਕਰੂੰਗੀ। ਥੈਂਕ ਯੂ।